ਪੰਜਾਬ ਦੇ ਵਿੱਚ ਮਾਲ ਗੱਡੀਆਂ ਚਲਾਉਣ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕੇਂਦਰੀ ਰੇਲਵੇ ਦੀ ਅੜੀ ਅਤੇ ਉਸ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਨੇ ਕੀ ਜਵਾਬ ਦਿੱਤਾ ਹੈ। ਇਸ ਖਾਸ ਖਬਰ ਦੇ ਵਿੱਚ ਆਪਾਂ ਇਹਨਾਂ ਗੱਲਾਂ ਦੇ ਬਾਰੇ ਜਾਣਾਂਗੇ। ਸਭ ਤੋਂ ਪਹਿਲਾਂ ਕੇਂਦਰੀ ਰੇਲਵੇ ਮੰਤਰੀ ਪੀਯੂਸ਼ ਗੋਇਲ ਜਿਨ੍ਹਾਂ ਨੇ ਅੱਜ ਸਵੇਰੇ ਟਵੀਟ ਕਰਕੇ ਕਿਹਾ ਕਿ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਰੇਲਵੇ ਸਿਸਟਮ ਹੈ ਜਿਹੜਾ ਉਹਦੀ ਫੁੱਲ ਯਾਨੀ ਕਿ ਉਹਦੀ ਕੰਪਲੀਟ ਮੁਕੰਮਲ ਤਰੀਕੇ ਦੇ ਨਾਲ ਸੁਰੱਖਿਆ ਦੀ ਜ਼ਿੰਮੇਵਾਰੀ ਲਈ ਜਾਵੇ। ਪੰਜਾਬ ਸਰਕਾਰ ਦੇ ਵੱਲੋਂ ਸੁਰੱਖਿਆ ਦਾ ਭਰੋਸਾ ਦਿਵਾਇਆ ਜਾਵੇ ਅਤੇ ਸਾਰੀਆਂ ਜਿਹੜੀਆਂ ਟ੍ਰੇਨਾਂ ਨੇ ਯਾਨੀ ਕਿ ਮਾਲ ਗੱਡੀਆਂ ਅਤੇ ਯਾਤਰੀ ਰੇਲ ਗੱਡੀਆਂ ਨੇ ਉਹ ਚਲਾਉਣ ਦੀ ਆਗਿਆ ਦਿੱਤੀ ਜਾਵੇ। ਉਹਦੇ ਲਈ ਸਾਰੇ ਟਰੈਕ ਨੇ ਸਾਰੇ ਰੇਲਵੇ ਸਟੇਸ਼ਨ ਖਾਲੀ ਕਰ ਦਿੱਤੇ ਜਾਣ ਤਾਂ ਕਿ ਮਾਲ ਗੱਡੀਆਂ ਅਤੇ ਯਾਤਰੀ ਰੇਲ ਗੱਡੀਆਂ ਚੱਲ ਸਕਣ। ਉਸ ਤੋਂ ਬਾਅਦ ਨਾਲ ਹੀ ਉਹਨਾਂ ਨੇ ਦੂਸਰਾ ਟਵੀਟ ਕੀਤਾ, ਉਹਦੇ ਵਿੱਚ ਲਿਖਿਆ ਕਿ ਪੰਜਾਬ ਦੇ ਲੋਕ ਵੀ ਚਾਹੁੰਦੇ ਨੇ ਕਿ ਤਿਉਹਾਰ ਜਿਹੜੇ ਆ ਰਹੇ ਨੇ ਛਠ ਪੂਜਾ ਦੀਵਾਲੀ ਤੇ ਗੁਰਪੁਰਬ ਉਹਦੇ ਮੌਕੇ ਗੱਡੀਆਂ ਚੱਲਣ, ਇਹ ਚਾਹੁੰਦੇ ਨੇ ਪੰਜਾਬ ਦੇ ਲੋਕ। ਇਸ ਕਰਕੇ ਪੰਜਾਬ ਸਰਕਾਰ ਯਕੀਨੀ ਬਣਾਏ ਰੇਲਵੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਅਤੇ ਜਿਹੜੇ ਰੇਲਵੇ ਦੇ ਵਿੱਚ ਯਾਤਰਾ ਕਰਨਗੇ ਉਹ ਸਾਰੇ ਪੈਸੇਂਜਰਸ ਦੀ ਸੁਰੱਖਿਆ ਨੂੰ ਯਕੀਨੀ ਬਣਾਏ। ਉਸ ਤੋਂ ਬਾਅਦ 12:30 ਵਜੇ ਦੇ ਕਰੀਬ ਕੇਂਦਰੀ ਰੇਲਵੇ ਦੇ ਚੇਅਰਮੈਨ ਨੇ ਪ੍ਰੈਸ ਕਾਨਫਰੰਸ ਕੀਤੀ। ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਮੁੜ ਤੋਂ ਤੀਸਰੀ ਵਾਰੀ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਹੈ। ਕੱਲ ਵੀ ਕੀਤੀ, ਪਰਸੋਂ ਵੀ ਕੀਤੀ ਤੇ ਅੱਜ ਵੀ ਉਹੀ ਗੱਲਾਂ ਦੁਹਰਾਈਆਂ ਕਿ ਅਸੀਂ ਚਾਹੁੰਦੇ ਹਾਂ ਪੰਜਾਬ ਦੇ ਵਿੱਚ ਮਾਲ ਗੱਡੀਆਂ ਅਤੇ ਪੈਸੇਂਜਰ ਗੱਡੀਆਂ ਚਲਾਈਆਂ ਜਾਣ, ਪਰ ਉਹਦੇ ਲਈ ਸਾਨੂੰ ਰੇਲਵੇ ਸਟੇਸ਼ਨ ਪੂਰੀ ਤਰ੍ਹਾਂ ਦੇ ਨਾਲ ਖਾਲੀ ਚਾਹੀਦੇ ਨੇ। ਕੇਂਦਰੀ ਰੇਲਵੇ ਚੇਅਰਮੈਨ ਨੇ ਪੂਰਾ ਦਬਾਅ ਬਣਾਉਣ ਵਾਲੀਆਂ ਗੱਲਾਂ ਕੀਤੀਆਂ। ਉਹਨਾਂ ਨੇ ਕਿਹਾ ਕਿ ਕੱਲ ਪੰਜਾਬ ਸਰਕਾਰ ਨੇ ਵੀ ਸਾਨੂੰ ਇਹੀ ਸੁਨੇਹਾ ਦਿੱਤਾ ਕਿ ਪੰਜਾਬ ਦੇ ਵਿੱਚ ਰੇਲ ਗੱਡੀਆਂ ਦੇ ਸਾਰੇ ਜਿਹੜੇ ਟਰੈਕ ਨੇ ਉਹ ਖਾਲੀ ਨੇ ਮਾਲ ਗੱਡੀਆਂ ਦੇ ਵਾਸਤੇ। ਉਹ ਕਹਿੰਦੇ ਕਿ ਇਹਦਾ ਕੀ ਮਤਲਬ ਬਣਦਾ ਹੈ ਕਿ ਕੱਲੀਆਂ ਮਾਲ ਗੱਡੀਆਂ ਦੇ ਵਾਸਤੇ ਖਾਲੀ ਨੇ। ਕਹਿੰਦੇ ਜਿੰਨੇ ਵੀ ਪੰਜਾਬ ਦੇ ਵਿੱਚ ਰੇਲਵੇ ਸਟੇਸ਼ਨ ਹੈਗੇ ਨੇ ਉਹਨਾਂ ਦੇ ਸਾਰੇ ਸਟੇਸ਼ਨ ਮਾਸਟਰ ਸਾਨੂੰ ਬਾਰ-ਬਾਰ ਇਹ ਸੁਨੇਹਾ ਦੇ ਰਹੇ ਨੇ ਕਿ ਜਿਹੜੇ ਰੇਲਵੇ ਸਟੇਸ਼ਨਾਂ ਦੇ ਉੱਤੇ ਹਾਲੇ ਤੱਕ ਲੋਕ ਬੈਠੇ ਨੇ, ਉਹ ਵਰਡ ਹੈ ਜਿਹੜਾ ਉਹ ਲੋਕ ਹੀ ਯੂਜ਼ ਕਰ ਰਹੇ ਨੇ ਕਿ ਜਿਹੜੇ ਉੱਥੇ ਲੋਕ ਬੈਠੇ ਨੇ, ਕਿਸਾਨ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਉਹਨਾਂ ਦੇ ਵੱਲੋਂ। ਕਹਿੰਦੇ ਜਿਹੜੇ ਲੋਕ ਬੈਠੇ ਨੇ ਉਹ ਸਾਡੇ ਸਟੇਸ਼ਨ ਮਾਸਟਰਾਂ ਨੂੰ ਧਮਕੀਆਂ ਦੇ ਰਹੇ ਨੇ ਕਿ ਜੇ ਤੁਸੀਂ ਯਾਤਰੀ ਰੇਲ ਗੱਡੀਆਂ ਚਲਾਓਗੇ ਤਾਂ ਅਸੀਂ ਟਰੈਕ ਦੇ ਉੱਤੇ ਆ ਜਾਾਂਗੇ ਤੇ ਯਾਤਰੀ ਰੇਲ ਗੱਡੀਆਂ ਨੂੰ ਰੋਕਾਂਗੇ। ਇਹ ਕਹਿੰਦੇ ਸਾਡੇ ਸਟੇਸ਼ਨ ਮਾਸਟਰਾਂ ਨੂੰ ਵਾਰ-ਵਾਰ ਸੁਨੇਹੇ ਲਾਏ ਜਾ ਰਹੇ ਨੇ ਉੱਥੇ ਬੈਠੇ ਲੋਕਾਂ ਦੇ ਵੱਲੋਂ। ਸਾਫ਼ ਕਿਹਾ ਹੈ ਕੇਂਦਰੀ ਰੇਲਵੇ ਦੇ ਚੇਅਰਮੈਨ ਨੇ ਕਿ ਜਦੋਂ ਸਾਰੇ ਜਿਹੜੇ ਰੇਲਵੇ ਸਟੇਸ਼ਨ ਨੇ ਖਾਲੀ ਹੋ ਜਾਣਗੇ, ਇੱਕ ਕਿਸਾਨ ਉਹਨਾਂ ਦੇ ਵਿੱਚੋਂ ਬਾਹਰ ਚਲਾ ਜਾਏਗਾ, ਉਦੋਂ ਹੀ ਅਸੀਂ ਰੇਲ ਗੱਡੀਆਂ ਚਲਾਵਾਂਗੇ। ਕਹਿੰਦੇ ਅਸੀਂ ਰੇਲ ਗੱਡੀਆਂ ਚਲਾਉਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਨੇ। ਅਸੀਂ ਜਿਹੜੇ ਸਾਡੇ ਮੁਲਾਜ਼ਮ ਹੈਗੇ ਨੇ ਉੱਥੇ ਤਿਆਰੀਆਂ ਦੇ ਵਿੱਚ ਜੁਟੇ ਹੋਏ ਨੇ, ਪਰ ਪੰਜਾਬ ਸਰਕਾਰ ਤੇ ਉੱਥੇ ਬੈਠੇ ਲੋਕ ਨੇ ਜਿਹੜੇ ਉਹ ਨਹੀਂ ਚੱਲਣ ਦੇਣਾ ਚਾਹੁੰਦੇ, ਉਹ ਟਰੈਕ ਖਾਲੀ ਨਹੀਂ ਕਰ ਰਹੇ, ਉੱਥੇ ਬਲੌਕੇਜ ਕੀਤੀ ਹੋਈ ਹੈ। ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਇਹ ਵੀ ਕਿਹਾ ਕਿ ਮੈਂ ਪਿਛਲੀ ਤੁਹਾਨੂੰ ਸਾਰੀ ਜਿਹੜੀ ਜਾਣਕਾਰੀ ਦੇ ਦਿਆਂ। ਕਹਿੰਦੇ ਕਿ ਜਦੋਂ 22 ਤਰੀਕ ਨੂੰ ਰੇਲਵੇ ਟਰੈਕ ਖਾਲੀ ਕਰਨ ਦਾ ਐਲਾਨ ਕੀਤਾ ਗਿਆ ਸੀ ਉਦੋਂ ਅਸੀਂ ਕੁਝ ਮਾਲ ਗੱਡੀਆਂ ਚਲਾਈਆਂ ਸੀ ਤੇ ਪੰਜਾਬ ਦੇ ਵਿੱਚ ਕਈ ਰੇਲਵੇ ਸਟੇਸ਼ਨਾਂ ਦੇ ਉੱਤੇ ਇਹੋ ਜਿਹੀਆਂ ਘਟਨਾਵਾਂ ਘਟੀਆਂ ਸੀ ਕਿ ਰੇਲ ਗੱਡੀਆਂ ਨੂੰ ਰੋਕਿਆ ਗਿਆ। ਜਿਹੜੀਆਂ ਮਾਲ ਗੱਡੀਆਂ ਸੀ ਚੱਲੀਆਂ ਸੀ ਉਸ ਇੱਕ ਦਿਨ ਦੇ ਲਈ ਉਹਨਾਂ ਨੂੰ ਰੋਕਿਆ ਗਿਆ ਤੇ ਕਈ ਥਾਵਾਂ ਤੇ ਅਸੀਂ ਦੁਰਘਟਨਾਵਾਂ ਹੋਣ ਤੋਂ ਬਚਾਅ ਕੀਤਾ। ਤੇ ਇਹੀ ਉਹਨਾਂ ਨੇ ਵਾਰੀ-ਵਾਰੀ ਇਲਜ਼ਾਮ ਲਾਇਆ ਹੈ ਕਿ ਜਿਹੜੇ ਰੇਲਵੇ ਸਟੇਸ਼ਨਾਂ ਦੇ ਉੱਤੇ ਲੋਕ ਬੈਠੇ ਨੇ ਉਹ ਵਾਰੀ-ਵਾਰੀ ਸੁਨੇਹੇ ਘੱਲ ਰਹੇ ਨੇ ਕਿ ਯਾਤਰੀ ਚਲਾਓਗੇ ਰੇਲ ਗੱਡੀਆਂ ਤਾਂ ਅਸੀਂ ਉਹਨਾਂ ਨੂੰ ਰੋਕਾਂਗੇ। ਤੇ ਦਾਅਵਾ ਕੀਤਾ ਕੇਂਦਰੀ ਰੇਲਵੇ ਦੇ ਚੇਅਰਮੈਨ ਨੇ ਕਿ ਹਾਲੇ ਵੀ ਪੰਜਾਬ ਦੇ ਵਿੱਚ 22 ਰੇਲਵੇ ਸਟੇਸ਼ਨਾਂ ਦੇ ਉੱਤੇ रेलवे ट्रैक ब्लॉक किए हुए ने। एक ऐसा सोल्यूशन ढूंढने की कोशिश कर रहे हैं कि जिसमें भारतीय रेल अपना ट्रेन ऑपरेशन जल्दी से जल्दी शुरू कर सके। पैसेंजर ट्रेन और गुड्स ट्रेन दोनों ट्रेनों को हम चाहते हैं कि जल्दी से जल्दी चले। आज जो स्थिति है ग्राउंड पे, जो हम एक मॉनिटरिंग कर रहे हैं कंटिन्यूअस बेसिस पे, एक स्टेशन ऐसा है जहां पे कि प्लेटफॉर्म पे लोग बैठे हुए हैं, स्टेशन के अंदर बैठे हुए हैं, और 22 स्टेशन ऐसे हैं जहां पे कि स्टेशन परिसर के जस्ट बाहर सर्कुलेटिंग एरिया में कुछ व्यक्ति बैठे हुए हैं। और जो 22 स्टेशन पे सर्कुलेटिंग एरिया के बाहर बैठे हुए हैं और एक स्टेशन में बैठे हुए हैं, वो लगातार जो हमारे स्टेशन मास्टर हैं उनको ऐसा संदेश दे रहे हैं कि वो केवल गुड्स ट्रेन चलाए और अगर पैसेंजर ट्रेन कोई भी चलाएंगे तो हम फिर से ट्रैक पे आ जाएंगे। और इस तरह का संदेश लगातार स्टेशन मास्टर को मिल रहा है। इस स्थिति में जब ऐसा स्थिति बनी हुई है कि जहां पे 22 स्टेशन पे बाहर लोग बैठे हुए हैं
और बार बार संदेश दे रहे हैं कि केवल गुड्स ट्रेन चलाएं, पैसेंजर ट्रेन चलाते ही हम ट्रैक पे आ जाएंगे। तो ऐसे में जो हमारे ऑपरेटिंग स्टाफ हैं, जो स्टेशन मास्टर हैं और जो गार्ड हैं और ड्राइवर हैं, उनको एक वो कॉन्फिडेंस नहीं आ पा रहा है कि हम संरक्षा के साथ ट्रेन चला पाएंगे। पंजाब में 24 सितंबर से ये ब्लॉकेट शुरू हुआ था और उस समय जो एक इनिशियल स्थिति थी उसमें ये एक संदेश था कि 3-4 दिन में ये ब्लॉकेट खत्म हो जाएगा। और उसमें जहां भी हमको मौका मिला, जहां पे पार्सल ब्लॉकेट था या जिस सेक्शन में कोई ब्लॉकेट नहीं था, हमने गुड्स ट्रेन चलाना जारी रखा और ये स्थिति 29 तक थी, 29 सितंबर तक। और उसमें हमारी ये उम्मीद थी कि धीरे धीरे ब्लॉकेट खत्म हो जाएगा और हम पैसेंजर ट्रेन को वापस रिस्टोर कर लेंगे और गुड्स ट्रेन चलाते रहेंगे। 29 सितंबर 30 सितंबर को ये स्थिति बनी जब गुड्स ट्रेन चलाना भी मुश्किल हो गया और करीब करीब सारे ही सेक्शन पे ब्लॉकेट हो गए। और कई बार ऐसा हुआ कि जब गुड्स ट्रेन चल रही है या हमारी डिपार्टमेंटल मेंटेनेंस ट्रेन चल रही है, उसके आगे कुछ लोग आ गए और बड़ी मुश्किल से दुर्घटना टल पाई। 30 सितंबर के बाद एक 22 अक्टूबर को एक फिर से ऐसा संदेश राज्य सरकार की तरफ से मिला। हमारे जो लोकल रेलवे अधिकारी हैं उनको ये संदेश मिला कि ब्लॉकेट पार्सली खत्म हो रहा है और धीरे धीरे ब्लॉकेट खत्म हो जाएगा और रेलवे अपना ट्रेन ऑपरेशन शुरू करे और कुछ दिनों में स्टेबलाइज हो जाएगा। हमने फिर से जो जनता के लिए और जो इंडस्ट्रियल ग्रोथ है उसके लिए, इंडियन इकोनॉमी के लिए, पंजाब की इंडस्ट्री के भले के लिए, पंजाब की इकोनॉमी के भले के लिए, जम्मू एंड कश्मीर में जो हमारे डिफेंस पर्सनल बैठे हैं उनको कमोडिटीज पहुंचाने के लिए हमने फिर से एक निर्णय लिया कि 22 तारीख को हमने फिर से गुड्स ट्रेन चलाना शुरू कर दिया। और राज्य सरकार से हमको ये बार बार आश्वासन मिल रहा था कि धीरे धीरे स्टेबलाइज हो जाएगा और पूरा ट्रेन ऑपरेशन शुरू हो जाएगा। 22 से 24 तक जो हमने ट्रेनें चलाई उसमें कई बार ऐसी स्थिति बनी कि गुड्स ट्रेन को कहा गया कि इस पर्टिकुलर स्टेशन पे जा सकती है, ये कमोडिटी जा सकता है। जो हमारे फूड ग्रेन्स थे वो भी कुछ डिपो से जा सकते हैं, कुछ डिपो से नहीं जा सकते हैं और उस तरह से कुछ चलती हुई ट्रेनों को बीच में रोकने की कोशिश की गई। हमारी जो डिपेंड जा रही थी मेंटेनेंस के लिए उनको रोकने की कोशिश की गई और उसमें कई बार ऐसा हुआ कि बड़ी मुश्किल से हमारे ड्राइवर ने सही समय पे ट्रेन रोक के दुर्घटना को बचाया। और 24 को एक ऐसी स्थिति आ गई कि वो गुड्स ट्रेन चलाना संभव नहीं हुआ और हमको गुड्स ट्रेन जो हमने पार्सल शुरू की थी उसको भी बंद करना पड़ा। 24 तारीख से राज्य सरकार से हमारी बातचीत चल रही है। माननीय रेल मंत्री जी ने माननीय मुख्यमंत्री जी से 2 बार बात की। माननीय रेल मंत्री जी ने 26 सितंबर को माननीय मुख्यमंत्री जी को एक पत्र भी लिखा और बार बार ये हम लोग अनुरोध कर रहे हैं, भारतीय रेल अनुरोध कर रही है कि हमको जो रेलवे इंस्टॉलेशन है और ट्रैक है वो पूरा क्लियर मिले और एक सिक्योरिटी क्लियरेंस मिले कि हम पूरा ट्रेन ऑपरेशन वहां पे शुरू कर पाए। ये मेरे लेवल पे भी बात हुई है मुख्य सचिव से और जो डीजी आरपीएफ है उन्होंने डीजी पुलिस से बात की। कल पूरे दिन बैठकें चलती रहीं और एक नतीजा निकालने की पूरी कोशिश की गई थी। लेकिन शाम को एक संदेश आना शुरू हुआ, राज्य सरकार ने भी संदेश दिया। जो संदेश हमारे स्टेशन मास्टर्स को मिल रहे थे पिछले 3-4 दिनों से, जो लोग स्टेशन पे बैठे हुए हैं या स्टेशन के बाहर बैठे हुए हैं, जो स्टेशन मास्टर को संदेश मिल रहा था कि केवल गुड्स ट्रेन चलाएंगे, पैसेंजर ट्रेन अगर कोई भी आएगी तो हम तुरंत ट्रैक पे आ जाएंगे, कुछ उसी से मिलता जुलता एक संदेश राज्य सरकार से कल शाम को मिला कि ट्रैक क्लियर है केवल गुड्स ट्रेन के लिए। ये संदेश बहुत भ्रमित करता है, बड़ा मिसगाइडिंग संदेश है कि ट्रैक क्लियर है केवल गुड्स ट्रेन के लिए। ऐसा नहीं होता है। भारतीय रेल के जो ट्रैक्स हैं, रेलवे इंस्टॉलेशन हैं, वो क्लियर होने चाहिए पूरे रेल ऑपरेशन के लिए। तो ये एक ऑपरेशनली फिजिबल नहीं है भारतीय रेल के लिए कहीं भी कि किसी ट्रैक में कोई ये कहे कि ये ट्रैक क्लियर है केवल गुड्स ट्रेन के लिए या ये ट्रैक क्लियर है केवल पैसेंजर ट्रेन के लिए। अगर इस तरह से भारतीय रेल चलाएगी कि जहां पे जो लोग एजिटेशन कर रहे हैं या राज्य सरकारें हमको ये बताने लगे कि कौन से ट्रैक पे कौन सी ट्रेन रेल चलाए, ये संभव नहीं है। ये भारतीय रेल के लिए बिल्कुल संभव नहीं है कि कोई हमें ये कहे कि इस ट्रैक पे आप ये ट्रेन चलाइए और इस ट्रैक पे आप ये ट्रेन मत चलाइए।
ये ऑपरेशन संभव नहीं है भारतीय रेल के लिए। तो इसलिए हमने राज्य सरकार से हम बार बार अनुरोध कर रहे हैं, और ये अनुरोध हमारा 24 सितंबर से शुरू हो गया था। स्पेशली जो ये 22 से 24 अक्टूबर में जो हमने पार्सली गुड्स ट्रेन चलाई थी, उसके बाद से हम बार बार अनुरोध कर रहे हैं। मैंने अपने स्तर पे अनुरोध किया, DGRPF ने अपने स्तर पे अनुरोध किया, माननीय रेल मंत्री जी ने अपने स्तर पे अनुरोध किया, और ये बार बार हम अनुरोध कर रहे हैं कि हमें पूरा ट्रैक, पूरा रेलवे स्टेशन के सिस्टम रेलवे के कंट्रोल में होने चाहिए, और एक सिक्योरिटी क्लियरेंस होनी चाहिए जिसपे कि भारतीय रेल अपने हिसाब से अपने ट्रेन का ऑपरेशन करे। हमारी जितनी भी ट्रेनें हैं वो फुल्ली बुक्ड हैं। हमारे यहाँ 120 दिन पहले से रिजर्वेशन खुल जाता है, और जितनी भी ट्रेनें हमने शेड्यूल की हुई हैं वो पूरी तरह से उसमें रिजर्वेशन करा के यात्री बैठे हुए हैं, और यात्रियों को बहुत दिक्कत हो रही है। हम दिन प्रतिदिन उसको कैंसिल करना पड़ रहा है हमको। हम उम्मीद लगाए बैठे हैं कि जल्दी से ट्रेन ऑपरेशन शुरू होगी, इसलिए हम एक एक दिन करके ट्रेन कैंसिल कर रहे हैं। एक ये संरक्षा की स्थिति अच्छी नहीं है, और इस स्थिति को देखते हुए जो हमारे ऑपरेटिंग स्टाफ है, स्टेशन मास्टर, ड्राइवर, गार्ड, बिल्कुल ही उनको कॉन्फिडेंस नहीं आ रहा है कि ये ट्रेन चलाई जाए। और मैं ये कहना चाहूंगा कि भारतीय रेल ने पूरी तैयारी कर रखी है। जैसे जैसे कल ट्रैक खाली किए गए, उन ट्रैक पे पूरा रात भर हमारे भारतीय रेल के कर्मचारी मेंटेनेंस में जुटे रहे। ਤੇ ਰੇਲਵੇ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਗੱਲ ਆ ਜਾਂਦੀ ਹੈ ਪੰਜਾਬ ਦੇ ਕਿਸਾਨਾਂ ਦੇ ਜਵਾਬ ਦੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਰੇਲਵੇ ਟਰੈਕ ਦੇ ਉੱਤੇ ਧਰਨਾ ਲਾਇਆ ਹੋਇਆ ਸੀ। ਲਗਾਤਾਰ ਟਰੈਕ ਦੇ ਉੱਤੇ ਧਰਨਾ ਕੱਲ ਤੱਕ ਲੱਗਿਆ ਰਿਹਾ। 24 ਸਤੰਬਰ ਤੋਂ ਇਹਨਾਂ ਨੇ ਸ਼ੁਰੂ ਕੀਤਾ ਸੀ। ਇਸ ਜਥੇਬੰਦੀ ਦੀ ਅਗਵਾਈ ਦੇ ਵਿੱਚ ਕਿਸਾਨਾਂ ਨੇ ਧਰਨਾ ਸ਼ੁਰੂ ਕੀਤਾ ਸੀ ਤੇ ਕੱਲ ਇਹ ਟਰੈਕ ਪੂਰੀ ਤਰ੍ਹਾਂ ਦੇ ਨਾਲ ਖਾਲੀ ਕਰ ਦਿੱਤਾ ਗਿਆ। ਟਰੈਕ ਦੇ ਉੱਤੋਂ ਧਰਨਾ ਚੁੱਕ ਕੇ ਕਿਸਾਨਾਂ ਨੇ ਰੇਲਵੇ ਸਟੇਸ਼ਨ ਦੇ ਉੱਤੇ ਧਰਨਾ ਲਾ ਦਿੱਤਾ ਹੈ। ਇਸ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੇ ਨਾਲ ਅਸੀਂ ਗੱਲਬਾਤ ਕੀਤੀ। ਉਹ ਕਹਿੰਦੇ ਕਿ ਸਾਨੂੰ ਜਾਣਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕੇਂਦਰੀ ਰੇਲਵੇ ਤੇ ਕੇਂਦਰ ਸਰਕਾਰ। ਅਸੀਂ ਕਿਸੇ ਵੀ ਰੇਲਵੇ ਸਟੇਸ਼ਨ ਦੇ ਮਾਸਟਰ ਨੂੰ ਕੋਈ ਧਮਕੀ ਨਹੀਂ ਦਿੱਤੀ, ਨਾ ਹੀ ਕੋਈ ਸੁਨੇਹਾ ਦਿੱਤਾ ਕਿ ਅਸੀਂ ਰੇਲ ਗੱਡੀਆਂ ਰੋਕਾਂਗੇ, ਪਰ ਕਹਿੰਦੇ ਅਸੀਂ ਤਾਂ ਸਪਸ਼ਟ ਤੌਰ ਤੇ ਆਪ ਹੀ ਕਹਿ ਰਹੇ ਹਾਂ, ਸਾਨੂੰ ਧਮਕਾਉਣ ਦੀ ਲੋੜ ਹੀ ਕੀ ਹੈ। ਅਸੀਂ ਤਾਂ ਖੁਦ ਸਰਕਾਰ ਨੂੰ ਸੁਨੇਹਾ ਦੇ ਰਹੇ ਹਾਂ ਕਿ ਇਹ ਸਾਡੇ ਸੰਘਰਸ਼ ਦਾ ਹਿੱਸਾ ਹੈ। ਅਸੀਂ ਪੈਸੇਂਜਰ ਗੱਡੀਆਂ ਨਹੀਂ ਚੱਲਣ ਦੇਵਾਂਗੇ, ਮਾਲ ਗੱਡੀਆਂ ਤੁਸੀਂ ਚਲਾ ਸਕਦੇ ਹੋ, ਪਰ ਜੇ ਹੁਣ ਤੁਸੀਂ ਇਹ ਸ਼ਰਤਾਂ ਰੱਖ ਰਹੇ ਹੋ ਕਿ ਜੇ यात्री गड्डियां चलाउण देओगे तां ही माल गड्डियां चलावांगे, तां ਇਹ ਫਿਰ ਤੁਹਾਡੀ ਨੀਅਤ ਦੇ ਵਿੱਚ ਖੋਟ ਹੈ। ਸਰਵਣ ਸਿੰਘ ਪੰਧੇਰ ਨਾਲ ਸਾਡੀ ਗੱਲਬਾਤ ਹੋਈ, ਉਹ ਸਾਰੀ ਤੁਹਾਨੂੰ ਸੁਣਾਉਂਦੇ ਆ। ਸੋ ਖਾਲਸ ਟੀਵੀ ਤੇ ਸਾਡੇ ਨਾਲ ਅੰਮ੍ਰਿਤਸਰ ਤੋਂ ਜੰਡਿਆਲਾ ਗੁਰੂ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਜੁੜ ਚੁੱਕੇ ਨੇ। ਪੰਧੇਰ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਦਾ ਖਾਲਸ ਟੀਵੀ ਤੇ। ਧੰਨਵਾਦ ਜੀ। ਸੋ ਹੁਣੇ ਪ੍ਰੈਸ ਕਾਨਫਰੰਸ ਕੀਤੀ ਹੈ ਭਾਰਤੀ ਰੇਲਵੇ ਦੇ ਚੇਅਰਮੈਨ ਨੇ। ਉਹਨਾਂ ਨੇ ਸਾਫ਼ ਕਰ ਦਿੱਤਾ ਮੁੜ ਤੋਂ ਕਿ ਅਸੀਂ ਚਲਾਵਾਂਗੇ ਰੇਲ ਗੱਡੀਆਂ ਤਾਂ ਦੋਵੇਂ ਚਲਾਵਾਂਗੇ, ਮਾਲ ਤੇ ਯਾਤਰੀ। ਜਿੰਨਾ ਚਿਰ ਉਹ ਕਹਿੰਦੇ ਸਾਰੇ ਟਰੈਕ ਖਾਲੀ ਨਹੀਂ ਹੁੰਦੇ ਅਸੀਂ ਕੋਈ ਰੇਲ ਗੱਡੀ ਨਹੀਂ ਚਲਾ ਸਕਦੇ। ਸਾਡੇ ਸਟੇਸ਼ਨ ਮਾਸਟਰਾਂ ਨੂੰ ਧਮਕੀਆਂ ਦੇ ਰਹੇ ਨੇ ਉੱਥੇ ਬੈਠੇ ਲੋਕ ਕਿ ਜੇ ਤੁਸੀਂ ਯਾਤਰੀ ਰੇਲ ਗੱਡੀਆਂ ਚਲਾਈਆਂ ਤਾਂ ਅਸੀਂ ਟਰੈਕ ਦੇ ਉੱਤੇ ਆ ਜਾਵਾਂਗੇ। ਸੋ ਇਸ ਬਾਰੇ ਤੁਹਾਡਾ ਪਹਿਲਾ ਪ੍ਰਤੀਕਰਮ ਕੀ ਹੈ? ਦੇਖੋ, ਜਿਹੜੇ ਚੇਅਰਮੈਨ ਸਾਹਿਬ ਦਾ ਬਿਆਨ ਆ ਮੈਂ ਵੀ ਉਹਨੂੰ ਵੇਖਿਆ ਆ ਜੀ। ਜਿਹੜੀ ਉਹ ਗੱਲ ਕਰ ਰਹੇ, ਮੇਰੇ ਖਿਆਲ ਨਹੀਂ ਕੋਈ ਜਥੇਬੰਦੀ ਦਾ ਕੋਈ ਵਰਕਰ ਕਿਸੇ ਸਟੇਸ਼ਨ ਮਾਸਟਰ ਨੂੰ ਜਾ ਕੇ ਮਿਲਿਆ ਜੀ। ਇਹ ਮਨਕੜਤ ਤੇ ਆਪਣੇ ਵੱਲੋਂ ਮਤਲਬ ਲੋਕਾਂ ਦੇ ਵਿੱਚ ਕਿਸਾਨ ਮਜ਼ਦੂਰ ਲਹਿਰ ਦੇ ਖਿਲਾਫ ਗੁੰਮਰਾਹਕੁਨ ਪ੍ਰਚਾਰ ਹੈ। ਨਾ ਕਿਸੇ ਨੂੰ ਅੱਜ ਤੱਕ ਕੋਈ ਸਟੇਸ਼ਨ ਮਾਸਟਰ ਨਾਲ ਰੌਲਾ ਕੋਈ ਨਹੀਂ। ਸਾਡਾ ਸਟੇਸ਼ਨ ਮਾਸਟਰ ਵੀ ਤਾਂ ਸਾਡੇ ਪਰਿਵਾਰਾਂ ਚੋਂ ਆ, ਕਰਮਚਾਰੀ ਸਾਡੇ ਪਰਿਵਾਰਾਂ ਚੋਂ ਆ, ਰੇਲ ਸਾਡੇ ਦੇਸ਼ ਦੀ ਜਨਤਕ ਸੰਪत्ति ਆ। ਇਹ ਗੱਲਾਂ ਠੀਕ ਨਹੀਂ ਹੈਗੀਆਂ ਜੀ। ਦੂਸਰਾ ਪੱਖ ਹੈਗਾ ਵੀ ਅਸੀਂ ਤਾਂ ਕਦੀ ਨਹੀਂ ਕਿਹਾ ਵੀ ਤੁਸੀਂ ਰੇਲ ਚਲਾਓ ਨਾ ਚਲਾਓ, ਕੀ ਕਰੋ। ਅਸਲ ਵਿੱਚ ਸਵਾਲ ਤਾਂ ਇਹ ਹੈ ਵੀ ਤੁਸੀਂ ਸਾਫ਼ ਕਰਦੇ ਹੋ ਕਿ ਅਸੀਂ ਕੋਈ ਪੰਜਾਬ ਦੇ ਲੋੜਾਂ ਲਈ ਨਹੀਂ ਚਲਾਉਂਦੇ ਰੇਲਾਂ। ਅਸੀਂ ਇਹ ਗੱਲਾਂ ਨੂੰ ਨਹੀਂ ਸਮਝਦੇ। ਅਸੀਂ ਮਰਜ਼ੀ ਆਪਣੀ ਨਾਲ ਚਲਾਵਾਂਗੇ, ਮਰਜ਼ੀ ਨਾਲ ਬੰਦ ਕਰਾਂਗੇ ਜੀ। ਬਸ ਕਰਨਾ ਚਾਹੀਦਾ ਜੀ। ਬਿਲਕੁਲ। ਉਹ ਕਹਿ ਰਹੇ ਨੇ ਕਿ ਕਿਸਾਨਾਂ ਦੀ ਮਰਜ਼ੀ ਨਹੀਂ ਚੱਲੂਗੀ, ਰੇਲਵੇ ਦੀ ਮਰਜ਼ੀ ਚੱਲੂਗੀ। ਉਹੀ ਤਾਂ ਮੈਂ ਕਿਹਾ, ਕਿਸਾਨ ਮਰਜ਼ੀ ਕਿਉਂ ਕਦੋਂ ਕਰਦੇ ਨੇ? ਕਿਸਾਨ ਤਾਂ ਮਰਜ਼ੀ ਕਰਦੇ ਹੀ ਨਹੀਂ ਜੀ। ਮਰਜ਼ੀ ਤਾਂ ਰੇਲ ਕਰ ਰਿਹਾ, ਰੇਲ ਦੇ ਅਧਿਕਾਰੀ ਕਰ ਰਹੇ ਨੇ, ਕੇਂਦਰ ਸਰਕਾਰ ਕਰ ਰਹੀ ਹੈ। ਸਵਾਲ ਤਾਂ ਇਹ ਆ ਵੀ ਪੰਜਾਬ ਨੂੰ ਲੋੜਾਂ ਨੇ। ਤੇ ਜਦੋਂ ਕਿਸਾਨਾਂ ਦਾ ਅੰਦੋਲਨ ਚੱਲਿਆ ਤਕਰੀਬਨ ਸਤੰਬਰ ਚ, ਤਾਂ ਕੇਂਦਰ ਨੇ ਆਪ ਗੱਡੀਆਂ ਬੰਦ ਕੀਤੀਆਂ ਜੀ। ਜਿਹੜਾ ਉਹਨਾਂ ਨੇ ਬਿਆਨ ਵਿੱਚ ਕਿਹਾ ਵੀ ਅਸੀਂ 29 ਸਤੰਬਰ ਤੱਕ ਗੱਡੀਆਂ ਚਲਾ ਕੇ ਰੱਖੀਆਂ, 24 ਨੂੰ ਸੀ ਬਹਿ ਗਈ ਸੀ, ਉਦੋਂ ਕੋਈ ਚੱਲਦੀਆਂ ਰਹੀਆਂ। ਬਿਲਕੁਲ। ਦੂਸਰਾ
ਜਿਹੜੇ ਉਹ ਕਹਿ ਰਹੇ ਨੇ ਮੰਤਰੀ ਰੇਲ ਮੰਤਰੀ ਦੀ ਸਾਰੀ ਪ੍ਰਾਪਰਟੀ ਜਿਹੜੀ ਜਿੱਥੇ ਕਿਸਾਨ ਬੈਠੇ ਉਹ ਖਾਲੀ ਕੀਤੀ ਜਾਏ। ਰੇਲ ਦੀ ਪ੍ਰਾਪਰਟੀ ਦੇ ਤਾਂ ਹਜ਼ਾਰਾਂ ਲੋਕ ਬੈਠੇ ਨੇ, ਉਹਦੇ ਬਾਰੇ ਕੋਈ ਕਹਿਣਗੇ ਜੀ। ਸੋ ਇਹ ਤੋਂ ਗਾਂ ਜਿਹੜੀਆਂ ਗੱਲਾਂ ਅਸੀਂ ਸਮਝ ਰਹੇ ਵੀ ਪੰਜਾਬ ਦੀਆਂ ਲੋੜਾਂ ਤੋਂ, ਉਹਨਾਂ ਦਾ ਕੀ ਆ ਵੀ ਅਸੀਂ ਪੰਜਾਬ 'ਚ ਨਾ ਤਾਂ ਰੇਲਾਂ ਘੱਲਣੀਆਂ ਵਾ, ਨਾ ਪੰਜਾਬ ਨੂੰ ਕੋਈ ਜਿਹੜੀ ਕੋਈ ਉਹਨਾਂ ਦੇ ਵਪਾਰੀਆਂ ਨੂੰ ਕੋਈ ਖੇਤੀ ਲਈ ਲੋੜਾਂ ਵਾ। ਅਸੀਂ ਗਾਏ ਬਗਾਏ ਬਹਾਨੇ ਬਣਾ ਕੇ ਸਭ ਕੁਝ ਕਰਨਾ, ਲੋਕਾਂ ਦਾ ਹੱਕ ਹੁੰਦਾ। ਨਾਲੇ ਕਿਸਾਨ ਮਰਜ਼ੀ ਕਰਨ ਕਿਉਂ? ਸਵਾਲ ਹੈ ਵੀ ਕਿਸਾਨਾਂ ਨੂੰ ਤੇ ਕਾਨੂੰਨ ਲੱਗੇ ਗਏ ਆ, ਜਿਹੜਾ ਮੀਡੀਆ ਵੀ ਭੁੱਲ ਰਿਹਾ। ਬਿਲਕੁਲ, ਕਰਨਾ ਕਿਉਂ ਪਿਆ? ਆਪਦੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਇਹ ਮਤਲਬ ਸਟਰਗਲ ਕਰ ਰਹੇ ਆ। ਹਾਂਜੀ ਜੀ ਬੰਦੇਰ ਸਾਹਿਬ, ਜਿਹੜਾ ਇਹ ਹੁਣ ਪੂਰਾ ਦਬਾਅ ਬਣਾ ਰਿਹਾ ਹੈ ਕੇਂਦਰ ਸਰਕਾਰ, ਰੇਲਵੇ ਦੇ ਜ਼ਰੀਏ ਪੂਰਾ ਦਬਾਅ ਹੈ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਉੱਤੇ ਕਿ ਤੁਸੀਂ ਜਲਦੀ ਤੋਂ ਜਲਦੀ ਟਰੈਕ ਖਾਲੀ ਕਰਵਾਓ, ਕਿਉਂਕਿ ਪੰਜਾਬ ਸਰਕਾਰ ਨੇ ਵੀ ਉਹ ਕਹਿੰਦੇ ਕੱਲ ਸਾਨੂੰ ਇਹੀ ਜਵਾਬ ਦਿੱਤਾ ਵੀ ਟਰੈਕ ਸਿਰਫ ਮਾਲ ਗੱਡੀਆਂ ਦੇ ਲਈ ਸਾਫ਼ ਨੇ, ਕਹਿੰਦੇ ਇਹਦਾ ਕੁਝ ਮਤਲਬ ਨਹੀਂ ਬਣਦਾ, ਇਹ ਕਿਹਾ ਚੇਅਰਮੈਨ ਸਾਹਿਬ ਨੇ। ਸੋ ਦਬਾਅ ਪੰਜਾਬ ਸਰਕਾਰ ਤੇ ਪੂਰਾ ਬਣ ਰਿਹਾ। ਪੰਜਾਬ ਸਰਕਾਰ ਨੇ ਤੁਹਾਨੂੰ ਹੁਣ ਕੰਟੈਕਟ ਕੀਤਾ ਯਾਤਰੀ ਰੇਲ ਗੱਡੀਆਂ ਵਾਸਤੇ ਵੀ ਰਾਹ ਖਾਲੀ ਕਰਨ ਲਈ, ਕਿਉਂਕਿ ਪੰਜਾਬ ਸਰਕਾਰ ਹਮੇਸ਼ਾ ਇਹੀ ਕਹਿੰਦੀ ਆ ਰਹੀ ਹੈ ਤੁਹਾਨੂੰ ਕਿ ਮਾਲ ਗੱਡੀਆਂ ਲਈ ਟਰੈਕ ਖਾਲੀ ਕਰ ਦਿਓ। ਦੇਖੋ, ਅਸੀਂ ਕਦੀ ਵੀ ਕਿਸੇ ਵੀ ਸਰਕਾਰ ਦੇ ਦਬਾਅ 'ਚ ਕਦੀ ਵੀ ਫੈਸਲੇ ਨਹੀਂ ਲਏ। ਅਸੀਂ ਪੰਜਾਬ ਦੇ ਹਿੱਤ, ਦੇਸ਼ ਦੇ ਹਿੱਤਾਂ ਦੇ ਸਮਝ ਕੇ ਫੈਸਲੇ ਲਏ ਆ ਜੀ। ਠੀਕ ਹੈ ਜੀ। ਅਸੀਂ ਗਾਹੇ ਬਗਾਏ ਲਗਾਤਾਰ ਮੀਟਿੰਗਾਂ ਕਰਦੇ ਰਹਿੰਦੇ ਹਾਂ ਤੇ ਮੀਟਿੰਗਾਂ ਕਰਕੇ ਸਾਰੀ ਸਿਚੁਏਸ਼ਨਾਂ ਬਾਰੇ ਵਿਚਾਰ ਕਰਦੇ ਨੇ। ਪਰ ਜੋ ਚੇਅਰਮੈਨ ਸਾਹਿਬ ਦਾ ਬਿਆਨ ਆ ਰਿਹਾ ਉਹ ਗੁੰਮਰਾਹ ਕਰਨ ਵਾਲਾ ਵਾ, ਟਕਰਾਵਾਂ ਬਿਆਨ ਆ, ਜਾਣੀ ਕਿ ਇਹ ਤੋਂ ਗਾਂ ਦਲੀਲ ਕਰਨ ਵਾਲਾ ਵਾ ਪੂਰੇ ਪੰਜਾਬੀਆਂ ਨੂੰ ਜੀ। ਜਿਸ ਕਿਸਮ ਦੀ ਉਹ ਭਾਸ਼ਾ ਵਰਤ ਰਹੇ ਆ ਇਹ ਠੀਕ ਨਹੀਂ ਹੈਗੀ, ਨਿਰਾਦਰ ਕਰਨ ਵਾਲੀ ਕਿਸਾਨ। ਜੀ ਬੰਦੇਰ ਸਾਹਿਬ, ਹੁਣ ਕੋਈ ਇਦਾਂ ਦਾ ਕਿਸਾਨਾਂ ਦਾ ਕੋਈ ਅੱਗੇ ਐਕਸ਼ਨ ਪਲਾਨ ਹੋ ਸਕਦਾ ਹੈ? ਕੋਈ ਮੀਟਿੰਗ ਤੁਸੀਂ ਸੱਦਣ ਜਾ ਰਹੇ ਹੋ? ਕਿਉਂਕਿ ਜ਼ਾਹਿਰ ਹੈ ਕਿ ਮਾਲ ਗੱਡੀਆਂ ਨਹੀਂ ਚੱਲਣਗੀਆਂ, ਪੰਜਾਬ ਨੂੰ ਹਲੇ ਮਾਲ ਆਉਣਾ ਸ਼ੁਰੂ ਹੋਵੇਗਾ ਹੀ ਨਹੀਂ, ਹਾਲਾਤ ਨੇ ਜਿਹੜੇ ਉਹ ਗੰਭੀਰ ਹੋਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ। ਤੇ ਕੋਈ ਮੀਟਿੰਗ ਤੁਹਾਡੀ ਜਥੇਬੰਦੀਆਂ ਦੀ ਕੋਈ ਬੁਲਾਉਣ ਦੀ ਸੰਭਾਵਨਾ ਹੈ ਇਸ ਮਸਲੇ ਤੇ? ਹਾਲੇ ਕੋਈ ਨਹੀਂ। ਜਿੱਥੋਂ ਤੱਕ ਸਵਾਲ ਹੈ ਕਿ ਨਹੀਂ ਚੱਲਣਗੀਆਂ, ਸਵਾਲ ਤਾਂ ਹੈ ਕਿ ਜਦੋਂ ਅਗਲੇ ਚਲਾਉਣਾ ਹੀ ਨਹੀਂ ਚਾਹੁੰਦੇ ਜੀ, ਫਿਰ ਉਹਨਾਂ ਲਈ ਅਸੀਂ ਜ਼ਿੰਮੇਵਾਰ ਥੋੜੀ ਹੋ ਸਕਦੇ ਜੀ। ਠੀਕ ਹੈ। ਸਵਾਲ ਹੈ ਉਹਨਾਂ ਅੜੀ ਤੇ ਬੈਠੇ ਆ, ਬਹਾਨਾ ਬਾਲਣਗੇ, ਅਜੇ ਕੋਈ ਇਹੋ ਜਿਹੀ ਸੰਭਾਵਨਾ ਨਹੀਂ ਆਪਣੀ ਮੀਟਿੰਗ। ਪਰ ਉਹੀ ਹੈ ਨਾ, ਬਹਾਨਾ ਤਾਂ ਤੁਹਾਡੇ ਸਿਰ ਤੇ ਮੜਿਆ ਜਾ ਰਿਹਾ ਸਾਰਾ ਕੇਂਦਰ ਵੱਲੋਂ ਵੀ ਜੇ ਪੰਜਾਬ ਦਾ ਨੁਕਸਾਨ ਹੋ ਰਿਹਾ ਤਾਂ ਉਹਦੇ ਜ਼ਿੰਮੇਵਾਰ ਕਿਸਾਨ ਨੇ ਤੇ ਪੰਜਾਬ ਸਰਕਾਰ ਹੈ। ਇਹਦਾ ਕੀ ਹੱਲ ਹੋ ਸਕਦਾ? ਸਵਾਲ ਤਾਂ ਹੈ ਵੀ ਜੇ ਅਸੀਂ ਜ਼ਿੰਮੇਵਾਰ ਹੋਈਏ ਫਿਰ ਠੀਕ ਹੈ। ਜਦੋਂ ਮੜਿਆ ਜਾਣਾ, ਮੜਿਆ ਤਾਂ ਕੁਝ ਵੀ ਕਰ ਲਈਏ ਅਸੀਂ, ਮੜਿਆ ਤਾਂ ਫਿਰ ਵੀ ਜਾਊਗਾ। ਠੀਕ ਹੈ, ਇਹ ਤਾਂ ਕਹਿਣ ਨੂੰ ਕੋਈ ਫਰਕ ਨਹੀਂ ਪੈਂਦਾ। ਤੁਸੀਂ ਕਿਸੇ ਤੇ ਇਲਜ਼ਾਮ ਲਾਉਣਾ ਚਾਹੁੰਦੇ, ਭਾਵੇਂ ਸੱਚਾ ਭਾਵੇਂ ਝੂਠਾ ਲਾ ਸਕਦੇ, ਤੁਹਾਡੀ ਮਰਜ਼ੀ ਜੀ। ਹੁਣ ਯਾਨੀ ਕਿ ਟਕਰਾਅ ਵਾਲੀ ਸਥਿਤੀ ਤਾਂ ਪੂਰੀ ਬਣ ਰਹੀ ਹੈ ਕਿ ਮਤਲਬ ਤੁਹਾਡਾ ਵੀ ਇਹੀ ਹੈ ਕਿ ਤੁਸੀਂ ਕੇਂਦਰ ਸਰਕਾਰ ਜਿਹੜਾ ਦਬਾਅ ਬਣਾ ਰਹੀ ਹੈ ਜਾਂ ਰੇਲਵੇ ਕਹਿ ਰਿਹਾ ਹੈ ਕਿ ਤੁਸੀਂ ਟਰੈਕ ਸਾਰੇ ਖਾਲੀ ਕਰੋ, ਕਿ ਰੇਲਵੇ ਸਟੇਸ਼ਨ ਦਾ ਜਿੰਨਾ ਏਰੀਆ ਹੈ ਸਾਰਿਆਂ ਦੇ ਵਿੱਚੋਂ ਇੱਕ ਕਿਸਾਨ ਨਹੀਂ ਸਾਨੂੰ ਦਿਖਣਾ ਚਾਹੀਦਾ, ਉਹਨਾਂ ਦੇ ਕਹਿਣ ਦਾ ਇਹ ਮਤਲਬ ਹੈ। ਸੋ ਤੁਹਾਡਾ ਇਹੀ ਸਟੈਂਡ ਹੈ ਕਿ ਤੁਸੀਂ ਉੱਥੇ ਬੈਠੇ ਰਹਿਣਾ ਤੇ ਯਾਤਰੀ ਗੱਡੀਆਂ ਰੋਕਣੀਆਂ ਨੇ? ਜਿਸ ਤੱਕ ਸਵਾਲ ਹੈ, ਰੇਲ ਟਰੈਕ ਵੀ ਵਿਹਲੇ ਨੇ, ਸਟੇਸ਼ਨ ਵੀ ਵਿਹਲੇ ਨੇ ਜੀ। ਹੁਣ ਕੇਂਦਰ ਕਹੂਗਾ ਤੁਸੀਂ ਪੰਜਾਬ ਤੋਂ ਬਾਹਰ, ਪੰਜਾਬ 'ਚ ਨਹੀਂ ਕਿਸਾਨ ਦਿਖਣੇ ਚਾਹੀਦੇ, ਫਿਰ ਅਸੀਂ ਕੀ ਜਵਾਬ ਦਾਂਗੇ ਉਹਨਾਂ ਨੂੰ? ਜੀ ਜੀ, ਬਹੁਤ ਬਹੁਤ ਧੰਨਵਾਦ ਸੰਦੇਸ਼ ਸਾਹਿਬ। ਇੱਕ ਹੋਰ ਸਵਾਲ ਮੈਂ ਪੁੱਛਣਾ ਚਾਹਾਂਗੀ, ਜਿਹੜਾ ਦਿੱਲੀ ਜਾਣਾ ਹੈਗਾ 26-27 ਦਾ, ਉਸ ਨੂੰ ਲੈ ਕੇ ਪੂਰੀਆਂ ਤਿਆਰੀਆਂ ਤੁਸੀਂ ਸ਼ੁਰੂ ਕਰ ਦਿੱਤੀਆਂ ਨੇ? ਕੀ ਰਣਨੀਤੀ ਕੀ ਹੋਊਗੀ ਜਦੋਂ ਦਿੱਲੀ ਜਾਣਾ ਹੈ? ਤਾਂ ਸਾਰੇ ਕਿਸਾਨ ਪੰਜਾਬ ਦੇ ਦਿੱਲੀ ਜਾਣਗੇ ਜਾਂ ਇੱਥੋਂ ਵਾਲੇ ਮੋਰਚੇ ਨੇ ਉਹ ਜਾਰੀ ਰਹਿਣਗੇ? ਹਾਂ, ਅਸੀਂ ਆਪਣੀ ਜਥੇਬੰਦੀ ਇੱਥੋਂ ਮੋਰਚੇ ਜਾਰੀ ਰੱਖਾਂਗੇ। ਬਾਕੀ ਦਿੱਲੀ ਜਾਣ ਬਾਰੇ, ਦਿੱਲੀ ਪੰਜਾਬ 'ਚ ਰਹਿ ਕੇ ਹਿਮਾਇਤ ਕਰਨੀ ਹੈ ਕਿ ਦਿੱਲੀ ਜਾਣਾ, ਇਹਦੇ ਬਾਰੇ ਵਿਚਾਰ ਵਟਾਂਦਰਾ ਹਜੇ ਕਰਨਾ ਅਸੀਂ। ਸੋ ਬਾਕੀ ਸਾਂਝਾ ਕਾਲ ਆ, ਉਹਦਾ ਸਮਰਥਨ ਕਰਾਂਗੇ। ਦਿੱਲੀ ਜਦੋਂ ਧਰਨਾ ਵਗੈਰਾ ਲੱਗਦਾ ਤਾਂ ਪੂਰੇ ਦੇਸ਼ ਵਿੱਚ ਜਾਂਦਾ ਵਾ, ਉਹਦਾ ਫਾਇਦਾ ਮਿਲੇਗਾ ਜੀ। ਤੇ ਕੇਂਦਰ ਦਾ ਜਿਹੜਾ ਰਵੱਈਆ ਹੈਗਾ ਉਹਦੇ ਤੇ ਕੀ ਲੱਗਦਾ ਹੈਗਾ ਤੁਹਾਨੂੰ ਭਵਿੱਖ ਦੇ ਵਿੱਚ ਅੱਗੇ ਕਿੰਨਾ ਚਿਰ ਹੁਣ ਕੇਂਦਰ ਅੜਿਆ ਰਹੂਗਾ ਤੇ ਕੀ ਪੰਜਾਬ ਦੇ ਲਈ ਹੁਣ ਸੋਚ ਰਿਹਾ ਕੇਂਦਰ, ਕੀ ਤੁਸੀਂ ਸਮਝਦੇ ਹੋ? ਦੇਖੋ, ਕੇਂਦਰ ਦਾ ਹਮੇਸ਼ਾ ਟਕਰਾਵਾਂ ਰਵੱਈਆ ਰਿਹਾ। ਪ੍ਰਚਾਰ ਮਾਧਿਅਮਾਂ ਨੂੰ ਪਹਿਲਾਂ ਵੀ ਵਰਤਿਆ ਜਾਂਦਾ ਰਿਹਾ। ਪ੍ਰਧਾਨ ਮੰਤਰੀ ਜੀ ਬੋਲਦੇ ਨੇ, ਰੇਲ ਚੇਅਰਮੈਨ ਬੋਲਦਾ, ਰੇਲ ਮੰਤਰੀ ਬੋਲਦਾ, ਤਾਂ ਪ੍ਰਚਾਰ ਮਾਧਿਅਮਾਂ ਨੂੰ ਪੂਰਾ ਗੁੰਮਰਾਹ ਕਰਦੇ ਨੇ ਜੀ। ਲੋਕਾਂ ਦੇ ਵਿੱਚ ਤਲਕ ਥਲਕ ਕਿਵੇਂ ਕੀਤਾ ਜਾਏ ਕਿਸਾਨਾਂ ਦੀ ਦੂਰ ਲਹਿਰ ਨੂੰ, ਉਹਨਾਂ ਦੀ ਯਤਨ ਜਾਰੀ ਨੇ ਜੀ। ਤੇ ਆਪਾਂ ਸਮਝਦੇ ਹਾਂ ਤਾਂ ਉਹਨਾਂ ਦਾ ਰਵੱਈਆ ਕੱਲ ਵੀ ਠੀਕ ਨਹੀਂ ਸੀ, ਅੱਜ ਵੀ ਠੀਕ ਨਹੀਂ ਗਾ। ਸੋ ਪੰਜਾਬ 'ਚ ਅੰਦੋਲਨ ਚੱਲ ਰਿਹਾ, ਦੇਸ਼ 'ਚ ਵੱਧ ਰਿਹਾ ਵਾ, ਅੰਦੋਲਨ ਹੋਰ ਤੇਜ਼ ਹੋਊਗਾ। ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਆ, ਲੋਕਾਂ ਤੋਂ ਵੱਡੀਆਂ ਕੋਈ ਸਰਕਾਰਾਂ ਨਹੀਂ ਹੁੰਦੀਆਂ। ਅੰਤ ਨੂੰ ਲੋਕਾਂ ਦੀ ਜਿੱਤ ਹੋਊਗੀ ਜੀ। ਸੋ ਤੁਹਾਡੀ ਜਥੇਬੰਦੀ ਵੱਲੋਂ ਕਿੰਨੇ ਥਾਵਾਂ ਤੇ ਹੁਣ ਇਸ ਟਾਈਮ ਧਰਨੇ ਮੁਜ਼ਾਹਰੇ ਚੱਲ ਰਹੇ ਨੇ? ਕਾਫੀ ਥਾਵਾਂ ਤੇ ਚੱਲ ਰਹੇ ਨੇ। ਅਸੀਂ ਤਾਂ ਰੇਲ ਟਰੈਕ ਤੇ ਮੇਨ ਕੰਸਲਟੇਸ਼ਨ ਕਰ ਰਹੇ ਹਾਂ। ਠੀਕ ਹੈ, ਤੋਂ ਗਾਂਵ ਕਪੂਰਥਲੇ 'ਚ, ਪਲਾਜੇ 'ਚ ਚੱਲ ਰਿਹਾ, ਇਧਰ ਤਰਨਤਾਰਨ 'ਚ ਕੁਝ ਥਾਵਾਂ ਤੇ ਚੱਲ ਰਹੇ ਨੇ, ਇਹ ਚੱਲ ਰਿਹਾ ਜੀ। ਬਹੁਤ ਬਹੁਤ ਧੰਨਵਾਦ ਬੰਦੇਜ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ।
ਸੋ ਪੰਜਾਬ ਦੇ ਵਿੱਚ ਜੇ ਅਸਲ ਜਿਹੜੀ ਜਾਣਕਾਰੀ ਹੈ, ਅਸਲ ਸਥਿਤੀ ਹੈ ਰੇਲਵੇ ਸਟੇਸ਼ਨਾਂ ਦੀ, ਉਹਦੇ ਬਾਰੇ ਜੋ ਅਸੀਂ ਜਾਣਕਾਰੀ ਇਕੱਤਰ ਕੀਤੀ ਹੈ ਦ ਖਾਲਸ ਟੀਵੀ ਦੇ ਵੱਲੋਂ, ਉਹਦੇ ਮੁਤਾਬਿਕ ਪੰਜਾਬ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਕੋਈ ਵੀ ਅਜਿਹਾ ਰੇਲਵੇ ਸਟੇਸ਼ਨ ਨਹੀਂ ਹੈ ਜਿਸ ਦੇ ਉੱਤੇ ਟਰੈਕ ਦੇ ਉੱਤੇ ਕਿਸਾਨ ਬੈਠੇ ਹੋਣ। ਰੇਲਵੇ ਸਟੇਸ਼ਨਾਂ ਦੇ ਸਾਰੇ ਟਰੈਕ ਹੁਣ ਪੂਰੀ ਤਰ੍ਹਾਂ ਦੇ ਨਾਲ ਖਾਲੀ ਨੇ, ਚਾਹੇ ਉਹ ਨਿੱਜੀ ਥਰਮਲ ਪਲਾਂਟ ਨੂੰ ਜਾਂਦਾ ਟਰੈਕ ਹੋਵੇ ਜਾਂ ਫਿਰ ਸਰਕਾਰੀ ਥਰਮਲ ਪਲਾਂਟ ਨੂੰ ਜਾਂਦਾ। ਸਾਰੇ ਕਿਸਾਨਾਂ ਨੇ ਖਾਲੀ ਕਰ ਦਿੱਤੇ ਨੇ ਤੇ ਰੇਲਵੇ ਸਟੇਸ਼ਨਾਂ ਦੇ ਉੱਤੇ ਧਰਨੇ ਤਬਦੀਲ ਕਰ ਦਿੱਤੇ ਨੇ। ਕਿਸਾਨ ਕਹਿੰਦੇ ਨੇ ਕਿ ਜੇ ਮਾਲ ਗੱਡੀਆਂ ਚਲਾਉਣੀਆਂ ਨੇ ਤੇ ਉਹਦੇ ਵਿੱਚ ਜੇ ਅਸੀਂ ਰੇਲਵੇ ਸਟੇਸ਼ਨਾਂ ਦੇ ਉੱਤੇ ਬੈਠੇ ਵੀ ਹਾਂ ਤਾਂ ਕੋਈ ਦਿੱਕਤ ਨਹੀਂ ਹੈ। ਕਿਸਾਨਾਂ ਨੇ ਕਈ ਥਾਂ ਤੇ ਇਹ ਵੀ ਜਾਣਕਾਰੀ ਦਿੱਤੀ ਕਿ ਰੇਲਵੇ ਕਰਮਚਾਰੀਆਂ ਨੂੰ ਕੋਈ ਸੁਨੇਹਾ ਦੇਣ ਦਾ ਜਾਂ ਧਮਕਾਉਣ ਦਾ ਜਾਂ ਸਾਥੋਂ ਡਰਨ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਅਸੀਂ ਇਕੱਠੇ ਬਹਿ ਕੇ ਲੰਗਰ ਛਕਦੇ ਹਾਂ। ਧਰਨਿਆਂ ਦੇ ਉੱਤੇ ਜਿਹੜਾ ਵੀ ਲੰਗਰ ਭੇਜਿਆ ਜਾਂਦਾ ਹੈ ਪੰਜਾਬ ਦੇ ਲੋਕਾਂ ਦੇ ਵੱਲੋਂ, ਉਹ ਰੇਲਵੇ ਦੇ ਕਰਮਚਾਰੀ ਜਾਂ ਫਿਰ ਪੁਲਿਸ ਦੇ ਮੁਲਾਜ਼ਮ ਉੱਥੇ ਤੈਨਾਤ ਨੇ, ਉਹ ਸਾਰੇ ਰਲ ਮਿਲ ਕੇ ਅਜਿਹਾ ਜਿਹੜਾ ਸਾਂਝੀਵਾਲਤਾ ਹੈਗੀ ਹੈ ਜਿਹੜੀ ਉਹ ਦਿਖਾ ਰਹੇ ਨੇ। ਸੋ ਪੂਰੇ ਮਸਲੇ ਦੇ ਵਿੱਚ ਕੇਂਦਰ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਅੜੀਅਲ ਵਤੀਰਾ ਰੱਖ ਰਹੀ ਹੈ। ਪੰਜਾਬ ਸਰਕਾਰ ਨੇ ਹੁਣ ਤੱਕ ਕਿਸਾਨਾਂ ਨੂੰ ਇਹੀ ਅਪੀਲ ਕੀਤੀ ਸੀ ਕਿ ਮਾਲ ਗੱਡੀਆਂ ਦੇ ਲਈ ਟਰੈਕ ਖਾਲੀ ਕਰ ਦਿਓ। ਹੁਣ ਕੇਂਦਰ ਸਰਕਾਰ ਦਾ ਦਬਾਅ ਲਗਾਤਾਰ ਵਧਦਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਕਿਸਾਨ ਹੈਗੇ ਨੇ ਮੋਰਚਿਆਂ ਦੇ ਉੱਤੇ ਡਟੇ ਹੋਏ, ਉਹਨਾਂ ਨੂੰ ਰੇਲਵੇ ਸਟੇਸ਼ਨਾਂ ਚੋਂ ਬਾਹਰ ਕੱਢੋ, ਨਹੀਂ ਅਸੀਂ ਰੇਲ ਗੱਡੀਆਂ ਨਹੀਂ ਚਲਾਵਾਂਗੇ। ਹੁਣ ਦੇਖਣਾ ਹੋਏਗਾ ਕਿ ਕੀ ਪੰਜਾਬ ਸਰਕਾਰ ਵੀ ਕਿਸਾਨਾਂ ਦੇ ਉੱਤੇ ਦਬਾਅ ਬਣਾਉਂਦੀ ਹੈ। ਹਾਲਾਂਕਿ ਪੰਜਾਬ ਸਰਕਾਰ ਸਾਫ਼ ਕਰ ਚੁੱਕੀ ਹੈ ਕਿ ਮਾਲ ਗੱਡੀਆਂ ਲਈ ਸਾਰੇ ਟਰੈਕ ਖਾਲੀ ਨੇ। ਹੋ ਸਕਦਾ ਹੈ ਆਉਂਦੇ 1-2 ਦਿਨਾਂ ਦੇ ਵਿੱਚ ਕਿਸਾਨ ਵੀ ਕੋਈ ਹੰਗਾਮੀ ਬੈਠਕ ਸੱਦ ਸਕਦੇ ਨੇ। 30 ਜਥੇਬੰਦੀਆਂ ਪੰਜਾਬ ਦੀਆਂ ਉਹ ਕੋਈ ਬੈਠਕ ਸੱਦ ਸਕਦੀਆਂ ਨੇ, ਕਿਉਂਕਿ ਪੰਜਾਬ ਨੂੰ ਹਾਲੇ ਮਾਲ ਗੱਡੀਆਂ ਚਲਾਉਣ ਦਾ ਕੋਈ ਵੀ ਦੂਰ ਤੱਕ ਸੰਕੇਤ ਨਜ਼ਰ ਨਹੀਂ ਆ ਰਿਹਾ ਕੇਂਦਰ ਸਰਕਾਰ ਦੇ ਵੱਲੋਂ ਜਾਂ ਫਿਰ ਕੇਂਦਰੀ ਰੇਲਵੇ ਦੇ ਵੱਲੋਂ। ਤੇ ਦੂਸਰੇ ਪਾਸੇ ਕਿਸਾਨ ਦਿੱਲੀ ਜਾਣ ਦੀਆਂ ਵੀ ਖੂਬ ਤਿਆਰੀਆਂ ਕਰ ਰਹੇ ਨੇ 26 ਤੇ 27 ਨਵੰਬਰ ਨੂੰ। ਧੰਨਵਾਦ।